ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ। ਤਵ ਪ੍ਰਸਾਦ ਸਿਮਰਤੇ ਨਾਮੰ। ਨਾਨਕ ਕਿਰਪਾਲ ਹਰ ਹਰ ਗੁਰੰ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੋਹ ਲੈ ਬੋਲੇ ਗੁਣਹਿ ਬਿਹੂਨ। ਨਾਮ ਜਪਿਆ ਨਾ ਤੇਰਾ, ਨਾਹੋ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ, ਰਨਵਤ ਨਾਨਕ ਤਿਨ ਕੀ ਸਰਨਾ। ਜਿਨ ਤੂੰ ਨਾਹੀ ਵਿਸਰਿਆ, ਹਰ ਪ੍ਰਭ ਸੁਆਮੀ ਕਿਰਪਾ ਧਾਰਹੁ। ਹਮ ਹਰ ਹਰ ਸੇਵਾ ਲਾਗੀ, ਜਨ ਨਾਨਕ ਦਾਸਨ ਦਾਸ ਕਰਹੁ ਪ੍ਰਭ। ਹਮ ਹਰ ਕਥਾ ਕਥਾਗੇ, ਜਨ ਨਾਨਕ ਦਾਸਨ ਦਾਸ ਕਰਹੁ ਪ੍ਰਭ। ਹਮ ਹਰ ਕਥਾ ਕਥਾਗੇ, ਪਤਿਤ ਪਾਵਨ ਭਗਤ ਵਸ਼ਲ ਕਰੁਣਾਮੈ ਕਰੁਣਾ ਨਿਧਾਨ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਗਿਆਨ ਦੇ ਮੁਜੱਸਮੇ ਸੁੱਖਾਂ ਦੇ ਦਾਤੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼੍ਰੀਮਾਨ ਬਾਬਾ ਦਰਵੇਸ਼ ਜੀ ਤਿੰਨਾਂ ਦੇ ਸਾਲਾਨਾ ਜੋੜ ਮੇਲੇ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਜੀ। ਗੁਰਮਤਿ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲੋਂ ਸਰਬੱਤ ਸੰਗਤ ਨੂੰ ਇਹ ਬੇਨਤੀ ਹੈ, ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਇਹ ਪਵਿੱਤਰ ਰਸਨਾ ਦਾ ਬਚਨ ਹੈ, ਪ੍ਰਭ ਕੀ ਉਸਤਤ ਕਰਹੁ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਤਕਰੀਬਨ ਅਰਥ ਤੁਸੀਂ ਸਮਝ ਹੀ ਗਏ ਹੋਗੇ। ਜਦੋਂ ਕਿਤੇ ਪਰਮੇਸ਼ਰੀ ਦੀ ਕੀਰਤੀ ਦੇ ਵਿੱਚ ਗੁਰੂ ਕੇ ਸਿੱਖ ਨੇ ਜੁੜਨਾ ਹੈ, ਜੁੜਨ ਤੋਂ ਪਹਿਲੋਂ ਸਰੀਰ ਦੀ ਸਾਵਧਾਨਤਾ ਤੇ ਮਨ ਦੀ ਇਕਾਗਰਤਾ ਹੋਣੀ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਸਰੀਰ ਸਾਵਧਾਨ ਨਹੀਂ, ਮਨ ਇਕਾਗਰ ਨਹੀਂ ਹੋਵੇਗਾ, ਮਨ ਇਕਾਗਰ ਤੋਂ ਬਗੈਰ ਭਾਵੇਂ ਆਪਾਂ ਰਾਤ ਤੱਕ ਇੱਥੇ ਬੈਠੇ ਰਹੀਏ, ਵੱਖੋ ਵੱਖਰੇ ਬੁਲਾਰਿਆਂ ਦੇ ਪ੍ਰਵਚਨ ਸੁਣਦੇ ਰਹੀਏ,
ਸਾਡੇ ਜੀਵਨ ਦੇ ਵਿੱਚ ਉਸ ਦੇ ਵਿੱਚੋਂ ਇੱਕ ਗਿਆਨ ਦਾ ਕਿਨਕਾ ਵੀ ਪ੍ਰਾਪਤ ਨਹੀਂ ਹੋਵੇਗਾ। ਇਸ ਵਾਸਤੇ ਜਿੰਨਾ ਚਿਰ ਆਪ ਜੀ ਨੇ ਗੁਰੂ ਕੀ ਪਵਿੱਤਰ ਹਜ਼ੂਰੀ ਦੇ ਵਿੱਚ ਬੈਠਣਾ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪਵਿੱਤਰ ਬਚਨ ਨੂੰ ਆਪ ਆਪਣੇ ਜੀਵਨ ਦੇ ਵਿੱਚ ਵਸਾਓ। ਸਰਬੱਤ ਸੰਗਤ ਸਰੀਰ ਦੀ ਸਾਵਧਾਨਤਾ, ਮਨ ਦੀ ਇਕਾਗਰਤਾ ਔਰ ਰਸਨਾ ਦੀ ਪਵਿੱਤਰਤਾ ਵਾਸਤੇ ਸਤਿਕਾਰ ਸਹਿਤ ਬੁਲਾਈ ਗੁਰੂ ਕੀ ਫਤਿਹ। ਸਤਿਗੁਰੂ ਨੂੰ ਨਤਮਸਤਕ ਹੁੰਦਿਆਂ ਹੋਇਆਂ ਪ੍ਰਵਾਨ ਕਰੋ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹੀਏ। ਗੁਰੂ ਕੀ ਬਾਣੀ ਦੇ ਵਿੱਚ ਜਿਹੜਾ ਦਰਵੇਸ਼ ਸ਼ਬਦ ਹੈ ਉਹ ਤਕਰੀਬਨ 5-6 ਵਾਰ ਆਇਆ ਹੈ। ਬੜੇ ਤੁਹਾਨੂੰ ਧਿਆਨ ਦੇ ਨਾਲ ਇਹ ਬਚਨ ਸੁਣਨ ਦੇ ਵਾਸਤੇ ਮੈਂ ਬੇਨਤੀ ਕਰਾਂਗਾ, ਕਿਉਂਕਿ ਜਿਨ੍ਹਾਂ ਨੂੰ ਅਸੀਂ ਦਰਵੇਸ਼ ਕਹਿੰਦੇ ਆ ਉਹਨਾਂ ਦਰਵੇਸ਼ਾਂ ਦਾ ਜੀਵਨ ਕੈਸਾ ਹੈ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਉਹਨਾਂ ਦਰਵੇਸ਼ਾਂ ਦਾ ਜੀਵਨ ਲਿਖਿਆ, ਔਰ ਜਿਹੜਾ ਆਪਣੇ ਜੀਵਨ ਦੇ ਵਿੱਚ ਐਸੀ ਦਰਵੇਸ਼ੀ ਖੱਟ ਲੈਂਦਾ ਹੈ ਉਹਨੂੰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਕੀ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਇਹ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਵਾਰ ਦੀ ਪੌੜੀ ਦੇ ਵਿੱਚ ਕਹੀ ਹੈ। ਸਮਾਂ ਸੀ ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਥਲ ਦੇ ਉੱਪਰ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਅਨੰਨ ਸੇਵਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਆਪਣੇ ਨਾਲ ਇੱਕ ਕਾਜੀ ਨੂੰ ਲੈ ਕੇ ਆਇਆ। ਇਹ ਕਾਜੀ ਥੋੜਾ ਮੁਸਤਬੀ ਵੀ ਸੀ। ਇਹ ਕਾਜੀ ਥੋੜਾ ਜਿਹਾ ਸ਼ਰਧਾਵਾਨ ਵੀ ਸੀ। ਮੁਤਸਬੀ ਇਸ ਵਾਸਤੇ ਸੀ ਕਿ ਆਪਣੇ ਧਰਮ ਈਮਾਨ ਤੋਂ ਬਗੈਰ ਇਹ ਕਿਸੇ ਪਾਸੇ ਨਹੀਂ ਸੀ ਡੋਲਦਾ, ਪਰ ਰੱਬ ਦੇ ਪਿਆਰਿਆਂ ਦੇ ਉੱਪਰ ਇਸ ਦੇ ਜੀਵਨ ਦੇ ਵਿੱਚ ਸ਼ਰਧਾ ਸੀ। ਸਾਈਂ ਮੀਆਂ ਮੀਰ ਜੀ ਦੇ ਨਾਲ ਇਹ ਕਾਜੀ ਚੱਲ ਕੇ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਆਇਆ। ਇਤਿਹਾਸ ਨੂੰ ਪੜਚੋਲਣ ਦਾ ਯਤਨ ਕੀਤਾ, ਪਰ ਉਸ ਕਾਜੀ ਦਾ ਨਾਮ ਇਤਿਹਾਸ ਦੇ ਵਿੱਚ ਮੌਜੂਦ ਨਹੀਂ ਹੈ। ਇਹਨੇ ਕੁਛ ਪ੍ਰਸ਼ਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਕੀਤੇ। ਉਹਨਾਂ ਸਾਰੇ ਪ੍ਰਸ਼ਨਾਂ ਦੇ ਵਿੱਚੋਂ ਇੱਕ ਪ੍ਰਸ਼ਨ ਸੀ, ਮਹਾਰਾਜ ਦਰਵੇਸ਼ ਕੌਣ ਹੁੰਦੇ ਹਨ? ਦਰਵੇਸ਼ਾਂ ਦਾ ਜੀਵਨ ਕੈਸਾ ਹੁੰਦਾ ਹੈ? ਔਰ ਦਰਵੇਸ਼ਾਂ ਨੂੰ ਇਸ ਸੰਸਾਰ ਦੇ ਵਿੱਚ ਦੁਨੀਆ ਦੇ ਲੋਕ ਇੰਨੇ ਪੂਜਦੇ ਕਿਉਂ ਹਨ? ਇਹ ਪ੍ਰਸ਼ਨ ਉਸ ਕਾਜੀ ਨੇ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਪਰ ਕੀਤੇ। ਇੱਕ ਗੱਲ ਮੈਂ ਆਪ ਜੀ ਦੇ ਗਿਆਤ ਦੇ ਵਾਸਤੇ ਦਰਸਾ ਦਵਾਂ, ਜਿਹੜਾ ਦਰਵੇਸ਼ ਸ਼ਬਦ ਹੈ ਉਹ ਸਾਡੀ ਸੱਭਿਅਕ ਭਾਸ਼ਾ ਦਾ ਸ਼ਬਦ ਨਹੀਂ। ਇਹ ਗੁਰਮੁਖੀ ਭਾਸ਼ਾ ਜਾਂ ਆਪਾਂ ਕਹਿ ਲਈਏ ਪੰਜਾਬੀ ਭਾਸ਼ਾ ਦਾ ਸ਼ਬਦ ਨਹੀਂ ਹੈ। ਦਰਵੇਸ਼ ਸ਼ਬਦ ਫਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਸਾਡੇ ਸਾਹਿਤਕ ਕੋਸ਼ਾਂ ਨੇ ਔਰ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਲਿਖਿਆ ਹੈ ਕਿ ਰੱਬ ਦੇ ਦਰ ਦੇ ਵਿੱਚ ਪ੍ਰਵਾਨ ਹੋਣ ਵਾਲਾ ਸਰੀਰ ਉਸ ਨੂੰ ਦਰਵੇਸ਼ ਕਹਿੰਦੇ ਹਨ। ਬਚਨ ਕੀਤਾ ਕਾਜੀ ਨੇ, ਮਹਾਰਾਜ ਦਰਵੇਸ਼ ਸੰਸਾਰ ਦੇ ਵਿੱਚ ਕੌਣ ਹੁੰਦੇ ਹਨ? ਤਾਂ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਕਾਜੀ ਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਆਪਣੀ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਗੁਰੂ ਕੀ ਬਾਣੀ ਦੇ ਵਿੱਚ ਇੱਕ ਸ਼ਬਦ ਉਚਾਰਿਆ
शब्द दी प्रारंभता सी अलहे अगम खुदाई बंदे, छोड़ ख्याल दुनिया के तंदे। हे उस अकाल पुरख वाहिगुरु परमात्मा ने तेनू संसार दे विच भेजिया है अपनी बंदगी करन दे वास्ते, तां तू उहनूं बंदा कहा जांदा है। काजी नूं महाराज धन गुरु अर्जन देव सच्चे पातशाह जी कहन लगे, खुदा दे बंदे असल दे विच दरवेश संसार दे विच ओ है जेड़ा छोड़ ख्याल दुनिया के धंधे। दुनिया दे धंधे तां करदा है, अपनी किरत ते करदा है, पर किरत दे विच अपना जेड़ा ख्याल है उस नूं प्रविरत नहीं करदा। एक गल चेते रखियो, दुनिया के तमाम धर्मां दा जथेबंदी दे विच रहिंदियां होइयां मुतलिया कीता है, पढ़िया है। तकरीबन 11 धर्मां दे विच जिवें मुसलमानी मत है, सनातन मत जिसनूं असीं हिंदू मत कह दिंदे आ, इसे तरीके दे नाल बौद्ध मत है, जैन मत है, जोगियां दे जेड़े 6 पंथ चल रहे हैं, उन्हां सारियां नूं ध्यान दे नाल पढ़ के वेखीए, ਉਹ ਇਹ ਗੱਲ ਕਹਿੰਦੇ ਵੀ ਧੰਦਾ ਕਰਨ ਵਾਲਾ ਮਨੁੱਖ ਰੱਬ ਦਾ ਬੰਦਾ ਨਹੀਂ ਹੋ ਸਕਦਾ। ਆਪਣੀ ਕਿਰਤ ਕਰਨ ਵਾਲਾ ਮਨੁੱਖ ਰੱਬ ਦੀ ਇਬਾਦਤ ਨਹੀਂ ਕਰ ਸਕਦਾ। ਜਿਨਨੇ ਰੱਬ ਦੀ ਇਬਾਦਤ ਕਰਨੀ ਹੈ ਉਸ ਨੂੰ ਆਪਣੇ ਪਰਿਵਾਰਕ ਧੰਦਿਆਂ ਤੋਂ ਸੰਕੋਚ ਕਰਨਾ ਪਵੇਗਾ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਚੱਲੀ ਹੋਈ ਜਿਹੜੀ ਪ੍ਰਥਾ ਸੀ ਇਸ ਨੂੰ ਸਮੇਟਿਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਭਰ ਜਵਾਨੀ ਦੇ ਵਿੱਚ ਹੋਏ, ਸਤਿਗੁਰੂ ਸਾਹਿਬ ਜੀ ਨੇ ਆਪ ਆਪਣੇ ਹੱਥਾਂ ਦੇ ਨਾਲ ਕਿਰਤ ਕੀਤੀ। ਇੱਕ ਗੱਲ ਯਾਦ ਰੱਖਿਓ, ਦੁਨੀਆ ਦੇ ਵਿੱਚ ਧੰਦਾ ਕਰਨਾ ਕੋਈ ਪਾਪ ਨਹੀਂ। ਧਰਮੀ ਬੰਦਾ ਧੰਦਾ ਕਰ ਸਕਦਾ ਹੈ, ਪਰ ਅਜੋਕੇ ਸਮੇਂ ਦੀ ਇਹ ਦੁਰਦਸ਼ਾ ਹੈ, ਆਪਣੇ ਆਪ ਨੂੰ ਧਰਮੀ ਸਦਵਾਉਂਦੇ ਹੋਏ ਧੰਦਾ ਕਰ ਰਹੇ ਹਨ, ਪਰ ਧੰਦੇ ਦੇ ਵਿੱਚ ਪਾਪ ਪ੍ਰਵਿਰਤ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਇੱਕ ਨਗਰ ਦੇ ਵਿੱਚ ਗਏ। ਇਸ ਨਗਰ ਦੇ ਵਿੱਚ ਬੜੀ ਸੁੰਦਰ ਧਰਮਸ਼ਾਲਾ ਬਣੀ ਹੈ। ਉਸ ਧਰਮਸ਼ਾਲਾ ਦੇ ਵਿੱਚ ਇੱਕ ਪਾਸੇ ਜਿੱਥੇ ਮੰਦਿਰ ਬਣਿਆ ਹੋਇਆ ਹੈ, ਦੂਸਰੇ ਪਾਸੇ ਮਸਜਿਦ ਹੈ। ਇਸ ਧਰਮਸ਼ਾਲਾ ਨੂੰ ਚਲਾਉਣ ਵਾਲਾ, ਧਾਰਮਿਕ ਲਿਬਾਸ ਧਾਰਨ ਕਰਨ ਵਾਲਾ, ਜਿਸ ਦਾ ਨਾਮ ਸੱਜਣ ਕਰਕੇ ਸਾਡੇ ਇਤਿਹਾਸ ਦੇ ਵਿੱਚ ਆਉਂਦਾ। ਇਤਿਹਾਸ ਆਪ ਜਾਣਦੇ ਹੋ, ਭਾਈ ਮਰਦਾਨਾ ਜੀ ਨੂੰ ਇਸ ਸੱਜਣ ਨੇ ਪਕੜ ਲਿਆ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਛਡਾਉਣ ਦੇ ਵਾਸਤੇ ਉਸ ਦੇ ਪਾਸ ਗਏ। ਹੁਣ ਕਿਸੇ ਦਾ ਵੀ ਗੁਰਸਿੱਖੋ ਜਦੋਂ ਧਰਮ ਧੰਦਾ ਬਣ ਜਾਂਦਾ ਹੈ ਨਾ, ਉਹ ਬੰਦਾ ਅਧਰਮੀ ਬਣ ਜਾਂਦਾ ਹੈ। ਧੰਦਾ ਕਰਦਿਆਂ ਹੋਇਆਂ ਬੰਦਾ ਧਰਮੀ ਰਵੇ ਤੇ ਹੋ ਸਕਦਾ ਹੈ ਧਰਮ ਸੰਸਾਰ ਦੇ ਵਿੱਚ ਪ੍ਰਵਿਰਤ ਰਵੇ ਉਸ ਦੇ ਜੀਵਨ ਦੇ ਵਿੱਚ। ਜਿਹੜੇ ਲੋਕ ਆਪਣੇ ਜੀਵਨ ਦੇ ਵਿੱਚ ਧਰਮ ਨੂੰ ਧੰਦਾ ਬਣਾ ਲੈਂਦੇ, ਉਹ ਸੰਸਾਰ ਦੇ ਵਿੱਚ ਇੱਕ ਨਾ ਇੱਕ ਦਿਨ ਕੁਕਰਮੀ ਬਣਦੇ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ, ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਸੱਜਣ ਦੇ ਪਾਸ ਪਹੁੰਚੇ ਜਿਨ੍ਹਾਂ ਰਚੀ ਤੇ ਧਰਮਸ਼ਾਲਾ ਹੈ। ਧਰਮਸ਼ਾਲਾ ਦੇ ਵਿੱਚ ਇੱਕ ਪਾਸੇ ਮਸਜਿਦ ਤੇ ਦੂਸਰੇ ਪਾਸੇ ਮੰਦਿਰ ਉਸਾਰਿਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਦੇ ਪਾਸ ਗਏ, ਖੂਹ ਦੇ ਉੱਪਰ ਬਿਠਾ ਕੇ ਮੰਜੀ ਮੁੱਧੀ ਮਾਰਨ ਦਾ ਯਤਨ ਕੀਤਾ। ਤਰਲੋਕੀ ਦੇ ਨਾਥ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਮੰਜੀ ਦੇ ਉੱਪਰ ਬਿਰਾਜਮਾਨ ਸਨ, ਉਹ ਮੰਜੀ ਮੁੱਧੀ ਨਾ ਹੋਈ, ਪੁੱਠੀ ਨਾ ਕਰ ਸਕੇ, ਗੁਰੂ ਨਾਨਕ ਦੇਵ ਜੀ ਨੂੰ ਖੂਹ ਦੇ ਵਿੱਚ ਨਾ ਸੁੱਟ ਸਕਿਆ। ਇਹ ਤਾਂ ਉਸ ਵੇਲੇ ਢਹਿ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚਰਨੀ ਪੈ ਗਿਆ। ਕਿਆ ਮਹਾਰਾਜ ਮੈਨੂੰ ਉਪਦੇਸ਼ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੋ ਤੇਰਾ ਨਾਮ, ਕਹਿੰਦੇ ਦੁਨੀਆ ਦੇ ਲੋਕ ਮੈਨੂੰ ਭਾਈ ਸੱਜਣ ਕਹਿੰਦੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਰਸਨਾ ਦੇ ਦੁਆਰਾ ਇੱਕ ਬਚਨ ਉਚਾਰਿਆ ਜੋ ਰਾਗ ਸੂਹੀ ਦੇ ਵਿੱਚ ਅੰਕਿਤ ਹੈ। ਸਤਿਗੁਰੂ ਕਹਿਣ ਲੱਗੇ, ਕੋਈ ਧਰਮ ਦਾ ਲਿਬਾਸ ਪਾ ਕੇ ਸੰਸਾਰ ਦੇ ਵਿੱਚ ਧਰਮੀ ਨਹੀਂ ਬਣ ਜਾਂਦਾ। ਧਰਮ ਦਾ ਲਿਬਾਸ ਪਾਉਣਾ ਕੋਈ ਮਾੜੀ ਗੱਲ ਨਹੀਂ, ਪਰ ਜੇ ਇਹ ਮੋਹਰ ਲਾ ਲਈਏ ਵੀ ਜਿੰਨੇ ਧਰਮ ਦਾ ਲਿਬਾਸ ਪਾਇਆ ਹੈ ਉਹ ਧਰਮੀ ਹੋਵੇਗਾ,
इस गल का खंडन श्री गुरु नानक देव साहब जी ने अपनी पवित्र रसना के द्वारा किया। राग सूही दे अंदर गुरु नानक देव साहब जी ने बचन उचारिया। महाराज सच्चे पातशाह जी कहन लगे, उज्जल कहहा चिलकना घोटम कालड़ी मस, धोतियां झूठ न उतरै जे सौ धूमा तिस, सज्जन सेई नाल मैं चलदियां नाल चलाना, जिथे लेखा मंगीए तिथे खड़े दिसन। भाई तू अपना नाम सज्जन रखाया है। सज्जन शब्द दे अर्थ भला की है? क्या महाराज इन्हां ते ज्ञान नहीं? मैं तो सज्जन नाम तां रखाया कि मैं दुनिया दे विच अपने आप नूं धर्मी सिद्ध करन दा यतन करदा। बेशक इस धर्म नूं मैं धंधा बनाया होया है लुट मार दा। महाराज गुरु नानक देव साहब जी कहन लगे, ओ भाई सज्जना, कदे कहन दा भांडा वेखिया है? कहन दा? कहंदा हाँ महाराज। कहंदे जदों उस नूं धुप्पे रखीए उस वेले वो लिशक मारदा है धुप्प दे विच। पर कोई बंदा इस गल दे उपर भरम जावे भी ये रखिया होया भांडा लिशका मार रहा है, इस दे विच कालख नहीं होएगी। सियाणे लोग जदों 6 महीनों बाद अपने कई पित्तल दे भांडे मांजदे, उहदे विचों जे लस्सी दे नाल मांजीए बेशक चिट्टा रंग हुंदा है, वो भी काली हो जाती सी। जे निंबू दे नाल मांजीए पानी हुंदा है, वो भी काला रंग उसदे विच भी प्रवृत्त हो जाता सी। महाराज सच्चे पातशाह जी कहंदे जिवें कहण दा भांडा बड़ा उज्जल है, पर जदों घोटम दा अर्थ है घोट के उस नूं माला करिए उस चों मस स्याही कालख डिगदी है। धोतियां झूठ न उतरै जे सौ धूमा तिस, 100 वार भी भांडे नूं धोई जाओ ते उस दे विचों जिहड़ी कालख है वो लथी जावेगी। असल दे विच सज्जना, बेशक बाहरों तू अपने आप नूं बड़ा उज्जल दिखा रहा है, बाहरों तू अपने आप नूं बड़ा कह वांगू लिशक पुशक रहा है, पर जीवन दे विच तेरे कालख वसी हुई है। असलीयत दे विच महाराज सच्चे पातशाह जी कहंदे सज्जन वो है जिहड़ा चलदियां दे नाल चले। जिस जगह के उपर चाहे रब की दरगाह भी होवे, उत्थे लेखा मंगिया जावे, उत्थे भी खड़ के कहे ये मेरा सज्जन है, ये कोलों लेखा ना पूछी। अपने नज़दीक नौशहरे ढाले विखे एक स्थान है बाबा जलन जी का। रब की बंदगी करने वाले गुरमुख गुरसिख ये एक शाहूकार दे पास बाबा जलन जी सौदा लैण दे वास्ते जांदे सन। इतिहास दे विच बचन लिखदा है कि उधरों शाहूकार चढ़ाई कर गया, उधरों जेड़े बाबा जलन जी सन इन्हां दी पत्नी चढ़ाई कर गई। समा नेड़े जान के बाबा जलन जी कहन लगे, मेरे धर्म सपत्नीए, रब दी दरगाह दे विच तू ही जाना है, धर्म राजे दी कचहरी दे विच उस शाहूकार ने भी जाना है। मेरे वल्लों कह दे जाके धर्म राजे नूं कि जलन ये गल कहंदा सी भी शाहूकार दे पास जदों मैं सौदा लैण दे वास्ते जांदा सां, अपने जिन्ने होर लोग उस दे पास सौदा लैण दे वास्ते आउंदे सन, उन्हां नूं पिछे करके मैनूं कहंदा सी आओ भगत जी की खरीदना है। इन्नी मेरी आओ भगत करदा रहा है, उस दे कोलों लेखा नहीं पुछना। ते उस वेले ये इतिहास है गुरु सिखो जोड़ा असी अखों परोखा करी जा रहे हैं। जदों रब की दरगाह दे विच गई तां उस वेले धर्म राजे नूं गल कही। धर्म राजा कहन लगा, जे मैं लेखा मंगिया तो मेरा लेखा कित्थे देवांगा। फिर शरीर वापस लियाण करके बाबे जलन की घरवाली ने कहा, साईं जी धर्म राजा डरिया होया है, तहानू उन्हां जी किया तां करके वो शाहूकार दे पासों लेखा नहीं मिलिया, वो धर्म राजे की दरगाह दे विच तलबिया नहीं जाएगा। गुरबाणी पढ़न वाले गुरु के सिख उन्होंने इस गुरु के बचन की वाकफियत होवेगी। महाराज सच्चे पातशाह जी कहते, जे को जियो कहे उन्हां को जम की तलब ना हो। जेड़ा सज्जन है सदवाउंदा ते धर्मी है, पर इसने अपने धर्म नूं भी धंधा बनाया हुआ। पर धन गुरु गुरु नानक देव महाराज सच्चे पातशाह जी अपने शरीरक आजू दे विच धंधा करन लगदे, किरत करन लगदे।
उस किरत दे विचों भी धर्म का उपदेश गुरु के सिखां नूं बख्शिश करके निवाजिया। और जेड़े मुख 3 उपदेश सतगुरु गुरु नानक देव महाराज साहब जी ने गुरु की सिखां दी झोली विच पाए, उस दे विचों प्रमुख उपदेश सी किरत धर्म दी करना। क्योंकि संसार दे विच कई ऐसियां किरतां जिन्हां दे विच धर्म नहीं है। असीं अपने पुरातन ਸਾਹਿਤ ਨੂੰ ਫੋਲੀਏ ਤੇ ਸਾਡੇ ਪੁਰਾਤਨ ਗੁਰਸਿੱਖਾਂ ਦੇ ਜਿਹੜੇ ਗ੍ਰੰਥ ਹਨ ਉਹਨਾਂ ਦੇ ਵਿੱਚ ਲਿਖਿਆ ਇਹ ਬਚਨ ਮਿਲਦਾ ਹੈ ਕਿ ਜਿਹੜਾ ਗੁਰਸਿੱਖ ਹੈ ਇਸ ਨੇ ਸੂਰ ਪਾਲਣ ਦੀ ਕਿਰਤ ਨਹੀਂ ਕਰਨੀ, ਇਸ ਨੇ ਕੁੱਕੜ ਪਾਲਣ ਦੀ ਕਿਰਤ ਨਹੀਂ ਕਰਨੀ। ਐਵੇਂ ਕਈ ਧੰਦਿਆਂ ਤੋਂ ਸਿੱਖਾਂ ਨੂੰ ਮਨਾਹੀ ਹੈ। ਉਹ ਧੰਦਾ ਕਰਨਾ ਹੈ ਜਿਸ ਧੰਦੇ ਦੇ ਵਿੱਚ ਧਰਮ ਹੈ। भाई गुरदास जी ने अपनी पवित्र रसना के द्वारा ये बचन किया। भाई साहब जी कहते किरत विरत कर धर्म दी हथों दे के भला मन। जे सिखा किरत भी करनी है तेरी जेड़ी किरत है वह धर्म दी होवे, उस धर्म दी किरत दे विचों भी अपने हथों किसी नूं दे के ते भला मनावे चंगा जाए। सो रहो विचार। सतगुरु गुरु अर्जन देव महाराज सच्चे पातशाह जी कहन लगे काजी जी दरवेश दे जीवन दे विच पहला गुण है छोड़ ख्याल दुनिया के धंधे। उन्हें धंधा करदा तां है किरत करदा तां है अपने जीवन दे विच, पर वो किरत करदियां करदियां होया उस किरत दा ख्याल नहीं करदा। केवल ते केवल किरत नूं कर्म सर्बदा समझदा है, किरत नूं कर्म करके करदा है ते जीवन दे विच अपने धर्म दा भी निर्वाह करदा। अगला बचन सतगुरु गुरु अर्जन देव महाराज साहब जी ने पवित्र रसना के द्वारा क्या कहन लगे, होए पै खाक फकीर मुसाफर एहो दरवेश कबूल दरा। जेड़ा दरवेश है उसका जीवन कैसा, कहते फकीर पै खाक, जेड़े गुरु के सिखां दे चरनां दी धूड़ बन के रब दा प्यारा जेड़ा दरवेश है वह रहिंदा है। पुरातन गुरसिखो असी धर्म दे ग्रंथ पढ़िए। अपने नज़दीक नगर दे होए भाई संतोख सिंह जी, इन्हां ने एक 10 ही पातशाहियां दा इतिहास लिखिया जिस दे विच गुरु नानक देव साहब जी का इतिहास है। उस ग्रंथ का नाम है श्री गुरु नानक प्रकाश। बाकी जितने भी गुरु अंगद देव साहब जी तो लै करके दशमेश पिता जी तक इतिहास है, उस ग्रंथ का नाम है श्री गुर प्रताप सूरज ग्रंथ। उस दे विच एक बड़ा प्यारा बचन लिखिया मिलता है। धन गुरु गुरु अर्जन देव महाराज साहब जी के चरणों के विच एक सिख आया। इस सिख का नाम है भाई गुरमुख। ते भाई गुरमुख सतगुरु गुरु अर्जन देव महाराज साहब जी नूं बेनती करन लगा, कहन लगा महाराज माता पिता की कुख तो पैदा होया, उन्होंने मेरा नाम गुरमुख रखता, पर असल दे विच जेड़ा गुरमुख दा जीवन कैसा है। महाराज धन गुरु गुरु अर्जन देव सच्चे पातशाह जी कहन लगे भाई जा गुजरात की धरती के उपर जा, फलानी जगह के उपर साडा सिख वसदा है, उस दे पास रही ते तेनू आपे पता लग जाएगा कि गुरमुखां दा जीवन कैसा है। मैं पहलों आप जी नूं बचन किया जेड़ा फारसी भाषा दे विच शब्द दरवेश है, आप अपनी सभ्यक भाषा दे विच गुरमुख कह लईए, संत कह लईए, साधु कह लईए, ब्रह्म ज्ञानी कह लईए, ये सारे शब्द दरवेश दे सम्मिलित अर्थ हैं, मिलते जुलते अर्थ हैं। मंजिल नूं तय करदा होया भाई गुरमुख गुजरात दे विच पहुंचा। दसे हुए पते के मुताबिक गया, जा करके नमस्कार की उस गुरसिख नूं ते गुरसिख नूं कहन लगा जी मैनू ना धन गुरु अर्जन देव महाराज सच्चे पातशाह जी ने तुहाडे पास भेजिया। उस गुरु के सिख ने जिहदी महाराज धन गुरु गुरु अर्जन देव साहब जी ने अपनी पवित्र रसना के द्वारा वडियाई की,
ਉਹਨੂੰ ਗੁਰਸਿੱਖ ਦੀ ਉਪਾਧੀ ਦਿੱਤੀ। ਉਹਨੇ ਹੱਥ ਜੋੜੇ, ਭਾਈ ਗੁਰਮੁਖ ਦੇ ਚਰਨਾਂ ਦੇ ਵਿੱਚ ਸੀਸ ਨਿਵਾਇਆ, ਹੱਥ ਜੋੜ ਕੇ ਕਹਿਣ ਲੱਗਾ, ਮੈਂ ਵੱਡੇ ਭਾਗਾਂ ਵਾਲਾ ਜਿਨ੍ਹਾਂ ਨੇ ਮੇਰੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ, ਮੈਂ ਉਸ ਗੁਰੂ ਕੇ ਸਿੱਖ ਦੇ ਦਰਸ਼ਨ ਕਰ ਰਿਹਾ। ਵੇਖੋ ਕਿੱਡਾ ਉੱਚਾ ਪੱਧਰ ਸੀ ਗੁਰਸਿੱਖੀ ਦਾ। ਅੱਜ ਅਸੀਂ ਜਦੋਂ ਇੱਕ ਦੂਜੇ ਨੂੰ ਮਿਲਦੇ ਆ ਨਾ ਤੇ ਗੁਰੂ ਕੀ ਫਤਿਹ ਬੁਲਾਉਣ ਤੋਂ ਵੀ ਸੰਕੋਚ ਕਰਦੇ ਆ। ਪੁਰਾਤਨ ਗੁਰੂ ਕੇ ਸਿੱਖ ਅੱਜ ਵੀ ਜਥੇਬੰਦੀਆਂ ਦੇ ਵਿੱਚ ਮਰਿਆਦਾ ਹੈ, ਉਹ ਪ੍ਰੇਮ ਦੇ ਨਾਲ ਇੱਕ ਦੂਜੇ ਗੁਰਸਿੱਖ ਦੇ ਚਰਨੀ ਹੱਥ ਲਾਉਂਦੇ ਵੀ ਧੰਨ ਹਨ ਇਹ ਚਰਨ ਜਿਹੜੇ ਗੁਰਸਿੱਖੀ ਦੇ ਮਾਰਗ ਦੇ ਉੱਪਰ ਚੱਲ ਰਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿੱਖ ਜਦੋਂ ਉੱਥੇ ਟਿਕਿਆ ਤੇ ਇਹ ਜਿਹੜਾ ਗੁਰੂ ਕਾ ਸਿੱਖ ਹੈ ਨਾ, ਇਹ ਆਪਣੇ ਹੱਥਾਂ ਦੇ ਨਾਲ ਤੱਪੜ ਸੀ ਰਿਹਾ ਹੈ। ਘਰ ਦੇ ਵਿੱਚ ਇਸ ਦੇ ਪੁੱਤਰ ਦਾ ਵਿਆਹ ਰਚਿਆ ਹੋਇਆ, ਘਰ ਦੇ ਵਿੱਚ ਪੁੱਤਰ ਦਾ ਵਿਆਹ ਨੇੜੇ ਆ ਗਿਆ, ਇਸ ਨੇ ਤੱਪੜ ਸੀ ਕੇ ਇੱਕ ਪਾਸੇ ਰੱਖਤੇ। ਭਾਈ ਗੁਰਮੁਖ ਦੇ ਮਨ ਦੇ ਵਿੱਚ ਇੱਕ ਵਿਚਾਰ ਪੈਦਾ ਹੁੰਦੀ ਹੈ, ਇੱਕ ਇੱਛਾ ਜ਼ਾਹਰ ਹੁੰਦੀ ਹੈ, ਕਿਉਂ ਨਾ ਪੁੱਛਾਂ ਵੀ ਇਹ ਜਿਹੜਾ ਕਰਮ ਹੈ ਇਹ ਗੁਰੂ ਕਾ ਸਿੱਖਾ ਤੂੰ ਕਿਉਂ ਕਰ ਰਿਹਾ ਹੈ? ਤੇਰੇ ਘਰ ਦੇ ਵਿੱਚ ਤੇ ਪੁੱਤਰ ਦਾ ਵਿਆਹ ਹੈ, ਤੈਨੂੰ ਤੱਪੜ ਸੀਨ ਦੀ ਕੀ ਲੋੜ ਪੈ ਗਈ? ਦਿਨ ਉਹ ਆਇਆ ਜਿਸ ਦਿਨ ਉਸ ਗੁਰੂ ਕੇ ਸਿੱਖ ਦਾ ਪੁੱਤਰ ਘੋੜੀ ਚੜਿਆ, ਆਨੰਦ ਕਾਰਜ ਹੋਇਆ, ਬੜੇ ਚਾਈ ਚਾਈ ਕਿਸੇ ਦੀ ਧੀ ਨੌ ਬਣਾ ਕਰਕੇ ਘਰ ਦੇ ਵਿੱਚ ਲਿਆਨੀ, ਪਾਣੀ ਵਾਰਿਆ, ਪੀਤਾ, ਸਾਰੇ ਕਰਮ ਕੀਤੇ। ਅਖੀਰ ਰਾਤ ਦਾ ਸਮਾਂ ਹੋਇਆ, ਰਾਤ ਵੇਲੇ ਸੁੱਤਾ ਸੁੱਤਾ ਉਹ ਉਸ ਸਿੱਖ ਦਾ ਜਿਹੜਾ ਪੁੱਤਰ ਸੀ ਉਹ ਚੜ੍ਹਾਈ ਕਰ ਗਿਆ। ਸਵੇਰ ਦਾ ਸਮਾਂ ਹੋਇਆ, ਜਿਸ ਘਰ ਦੇ ਵਿੱਚ ਪਿਛਲੇ ਚੜ੍ਹੇ ਹੋਏ ਸੂਰਜ ਦੇ ਮੁਤਾਬਕ ਘੋੜੀਆਂ ਗਾਈਆਂ ਜਾ ਰਹੀਆਂ ਸਨ, ਦਿਨ ਚੜ੍ਹਿਆ, ਉਸੇ ਘਰ ਦੇ ਵਿੱਚ ਵੈਣ ਕੀਰਨੇ ਪੈਣੇ ਸ਼ੁਰੂ ਹੋ ਗਏ। ਉਸ ਘਰ ਦੇ ਵਿੱਚ ਅਲਾਣੀਏ ਪੜਨੇ ਸ਼ੁਰੂ ਹੋ ਗਏ ਤੇ ਉਹ ਗੁਰੂ ਕੇ ਸਿੱਖ ਨੇ ਉਹ ਤੱਪੜ ਕੱਢਿਆ, ਜਾ ਕੇ ਵਿਛਾਤਾ, ਉਸ ਤੱਪੜ ਤੇ ਬੈਠ ਗਿਆ। ਜਿਹੜਾ ਕੋਈ ਆਉਂਦਾ ਹੈ ਆਣ ਕੇ ਕਹਿੰਦਾ ਮਾੜਾ ਹੋਇਆ, ਅਜੇ ਕੱਲ ਤਾਂ ਤੇਰੇ ਪੁੱਤਰ ਦਾ ਆਨੰਦ ਕਾਰਜ ਹੋਇਆ, ਪਰ ਅੱਜ ਉਹ ਚੜ੍ਹਾਈ ਵੀ ਕਰ ਗਿਆ ਹੈ। ਧੰਨ ਉਹ ਗੁਰੂ ਕਾ ਸਿੱਖ ਕਹਿਣ ਲੱਗੇ ਇਹ ਪਰਮੇਸ਼ਰ ਦਾ ਭਾਣਾ ਹੈ। ਇਸ ਦੇ ਨਾਲੋਂ ਵੱਧ ਕੋਈ ਵੀ ਬਚਨ ਉਸ ਗੁਰੂ ਕੇ ਸਿੱਖ ਨੇ ਆਪਣੀ ਜ਼ੁਬਾਨ ਦੇ ਨਾਲ ਨਹੀਂ ਕਿਹਾ। ਭਾਈ ਗੁਰਮੁਖ ਵੇਂਦਾ ਹੈ, ਨਾ ਉਸ ਦੇ ਨੇਤਰਾਂ ਦੇ ਵਿੱਚ ਜਲ ਹੈ, ਕੇਵਲ ਤੇ ਕੇਵਲ ਰੱਬ ਦੇ ਭਾਣੇ ਨੂੰ ਜੀਵਨ ਦੇ ਵਿੱਚ ਕਬੂਲ ਕੀਤਾ ਹੋਇਆ ਇਸ ਗੁਰਸਿੱਖ ਨੇ। ਤੇ ਉਸ ਵੇਲੇ ਉਹ ਭਾਈ ਗੁਰਮੁਖ ਸਿੱਖ ਦੇ ਪਾਸ ਆਣ ਕੇ ਕਹਿਣ ਲੱਗਾ, ਉਹ ਭਾਈ ਗੁਰੂ ਨਾਨਕ ਦੇ ਸਿੱਖਾ, ਤੈਨੂੰ ਪਤਾ ਸੀ ਤੇਰਾ ਪੁੱਤਰ ਚੜ੍ਹਾਈ ਕਰ ਜਾਣਾ ਹੈ, ਤਾਂ ਹੀ ਤੂੰ ਤੱਪੜ ਸੀ ਰਿਹਾ ਸੀ। ਜਦੋਂ ਤੈਨੂੰ ਤੇਰੇ ਪੁੱਤਰ ਚੜ੍ਹਾਈ ਕਰਨ ਦਾ ਪਤਾ ਲੱਗਾ, ਉਸੇ ਵੇਲੇ ਤੂੰ ਤੱਪੜ ਲਿਆੜ ਕੇ ਵਿਛਾ ਤੇ ਇਸ ਸਰਥਲ ਜ਼ਮੀਨ ਦੇ ਉੱਪਰ। ਤੇ ਉਸ ਵੇਲੇ ਗੁਰੂ ਕਾ ਸਿੱਖ ਕਹਿਣ ਲੱਗਾ, ਓਏ ਭਾਈ ਗੁਰਮੁਖਾ, ਤੂੰ ਇਹ ਗੱਲ ਨਾ ਕਹਿ ਵੀ ਤੈਨੂੰ ਪਤਾ ਸੀ। ਮੈਂ ਕਹਿੰਦਾ ਹਾਂ ਹਾਂ, ਮੈਨੂੰ ਪਤਾ ਸੀ ਕਿ ਮੇਰੇ ਪੁੱਤਰ ਦੀ ਉਮਰ ਕੇਵਲ ਤੇ ਕੇਵਲ ਅੱਜ ਦਾ ਸੂਰਜ ਚੜ੍ਹਨ ਤੱਕ ਨਹੀਂ, ਸੂਰਜ ਚੜ੍ਹਨ ਤੋਂ ਪਹਿਲੋਂ ਹੀ ਉਸਨੇ ਆਪਣਾ ਸਰੀਰ ਤਿਆਗ ਦੇਣਾ। ਸਿੱਖ ਕਹਿਣ ਲੱਗਾ, ਗੁਰਮੁਖ, ਕਿ ਜੇ ਤੈਨੂੰ ਇਸ ਗੱਲ ਦਾ ਪਤਾ ਸੀ ਕਿ ਤੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜਦਾ, ਬੇਨਤੀ ਕਰਦਾ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਗੁਰਸਿੱਖਾਂ ਦੀ ਮੋੜਦੇ ਨਹੀਂ, ਉਹ ਤੇ ਵੱਡੇ ਹੋਏ ਸਿਰਾਂ ਨੂੰ ਮੁੜ ਜੋੜਨ ਦੀ ਸਮਰੱਥਾ ਰੱਖਦੇ। ਬੇਨਤੀ ਪ੍ਰਵਾਨ ਕਰਕੇ ਸਾਹਮਣ ਵਰਗਿਆਂ ਦੇ ਸਿਰ ਮੁੜ ਜੋੜਤੇ। ਮੂਸਲ ਨੇ ਜਦੋਂ ਕਿਹਾ ਸੀ, ਮਹਾਰਾਜ ਮੇਰੀ ਆਵਾਜ਼ ਉੱਥੋਂ ਤੱਕ ਨਹੀਂ ਪਹੁੰਚਦੀ ਜਿੱਥੇ ਮੇਰਾ ਪੁੱਤਰ ਲੰਮੀ ਤਾਣ ਕੇ ਸੁੱਤਾ ਹੋਇਆ, ਤੁਹਾਡੀ ਆਵਾਜ਼ ਦੀ ਉੱਥੋਂ ਤੱਕ ਸਮਰੱਥਾ ਹੈ। ਉਹ ਵੱਡੇ ਹੋਏ ਸਿਰਾਂ ਨੂੰ ਜੋੜਨ ਵਾਲੇ ਤੇਰੇ ਪੁੱਤਰ ਨੂੰ ਲੰਮੀ ਆਯੂ ਬਖਸ਼। ਗੁਰਮੁਖ ਕਹਿਣ ਲੱਗਾ, ਗੁਰਮੁਖ ਨੂੰ ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਕਹਿੰਦੇ ਉਹ ਭਲਿਆ, ਜੇ ਮੈਂ ਇਹ ਗੱਲ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਰੂਪ ਦੇ ਵਿੱਚ ਕਰਦਾ, ਇਹ ਪਰਮੇਸ਼ਰ ਦੇ ਭਾਣੇ ਦੀ ਬਰਖਲਾਫੀ ਸੀ।
ਜਿਹੜਾ ਪਰਮੇਸ਼ਰ ਦੇ ਭਾਣੇ ਦੀ ਬਰਖਲਾਫੀ ਕਰਦਾ ਹੈ ਨਾ, ਉਹ ਗੁਰੂ ਕਾ ਸਿੱਖ, ਉਹ ਦਰਵੇਸ਼ ਨਹੀਂ ਹੋ ਸਕਦਾ। ਇਸੇ ਪਵਿੱਤਰ ਬਚਨ ਨੂੰ ਹੋਰ ਆਪਾਂ ਨੂੰ ਸਮਝ ਛੇਤੀ ਆ ਜਾਵੇ, ਕਿਉਂਕਿ ਅਸੀਂ ਕਹਿੰਦੇ ਆ ਬਾਬਾ ਦਰਵੇਸ਼, ਅਸਲ ਦੇ ਵਿੱਚ ਦਰਵੇਸ਼ ਦੀ ਘਾਲਣਾ, ਦਰਵੇਸ਼ ਦੀ ਕਮਾਈ ਕੀ ਹੈ? ਭਗਤ ਫਰੀਦ ਜੀ ਨੇ ਇਸੇ ਪ੍ਰਕਰਨ ਦੇ ਨਾਲ ਸੰਬੰਧਿਤ ਆਪਣੀ ਰਸਮਾਂ ਦੇ ਦੁਆਰਾ ਇੱਕ ਬਚਨ ਵਰਤਿਆ ਹੈ। ਭਗਤ ਜੀ ਕਹਿੰਦੇ, ਫਰੀਦਾ ਦਰਵੇਸ਼ੀ ਗਾਖੜੀ, ਚੋਪੜੀ ਪ੍ਰੀਤ, ਇੱਕ ਨਾ ਕਿੰਨੀ ਚਾਲੀਏ ਦਰਵੇਸ਼ਾ ਵੀ ਰੀਤ। ਕਹਿੰਦੇ ਜਿਹੜੀ ਦਰਵੇਸ਼ੀ ਹੈ ਨਾ, ਰੱਬ ਦੀ ਦਰਵੇਸ਼ੀ ਕਰਨੀ ਉਹ ਬੜੀ ਔਖੀ ਹੈ। ਗਾਖੜੀ ਦਾ ਅਰਥ ਹੁੰਦਾ ਹੈ ਬੜੀ ਕਠਿਨ ਹੈ, ਬੜੀ ਮੁਸ਼ਕਲ ਹੈ। ਕਿਉਂ? ਜੇ ਰੱਬ ਦੀ ਦਰਵੇਸ਼ੀ ਕਰਨੀ ਹੈ ਤੇ ਰੱਬ ਦੀ ਦਰਵੇਸ਼ੀ ਕਰਦਿਆਂ ਹੋਇਆਂ ਚੋਪੜੀ ਦੇ ਨਾਲ ਪ੍ਰੀਤ ਤਿਆਗਣੀ ਪਵੇਗੀ। ਇੱਕ ਹੋਰ ਬਚਨ ਭਗਤ ਫਰੀਦ ਜੀ ਨੇ ਕਿਹਾ, ਕਹਿੰਦੇ ਜੇ ਦਰਵੇਸ਼ ਦਾ ਜੀਵਨ ਵੇਖਣਾ ਹੈ ਤੇ ਇੱਕ ਰੁੱਖ ਦਾ ਜੀਵਨ ਵੇਖ ਲਓ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਰੁੱਖ ਵਰਗਾ ਦਰਵੇਸ਼ ਦਾ ਜੀਵਨ ਹੁੰਦਾ। ਸਤਿਗੁਰੂ ਦੀ ਪਵਿੱਤਰ ਗੁਰਬਾਣੀ ਦਾ ਬਚਨ ਹੈ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਕਹਿੰਦੇ ਰੁੱਖਾਂ ਵਰਗਾ ਜਿਹੜਾ ਹੈ ਦਰਵੇਸ਼ ਦੇ ਜੀਵਨ ਦੇ ਵਿੱਚ। ਹੁਣ ਵੇਖੋ, ਇੱਕ ਰੁੱਖ ਹੈ, ਉਹ ਧੁੱਪੇ ਸਾੜਿਆ ਹੈ, ਕਦੀ ਵੀ ਕਿਸੇ ਨੂੰ ਕਿਹਾ ਨਹੀਂ ਓਏ ਮੈਂ ਤੈਨੂੰ ਛਾਂ ਦੇ ਰਿਹਾ, ਮੇਰੇ ਉੱਪਰ ਵੀ ਛਾਂ ਕਰ ਦੇ। ਕਿਸੇ ਨੂੰ ਛਾਂ ਪ੍ਰਦਾਨ ਕਰਾਉਂਦਾ ਹੈ। ਜੇ ਕਿਸੇ ਦੇ ਮਨ ਦੇ ਵਿੱਚ ਭਲਾ ਆ ਜਾਵੇ ਤੇ ਉਹਨੂੰ ਪਾਣੀ ਪਾ ਦੇਵੇ, ਨਹੀਂ ਤੇ ਇਹ ਤੇ ਨਹੀਂ ਨਾ ਕਿਸੇ ਨੂੰ ਕਿਹਾ ਉਹ ਮੇਰੀ ਛਾਵੇਂ ਬਹਿਣਾ ਹੈ ਪਰ ਮੈਨੂੰ ਪਾਣੀ ਕਿਉਂ ਨਹੀਂ ਪਾਉਂਦਾ। ਕਿਸੇ ਪੰਛੀ ਨੂੰ ਇਹ ਤੇ ਨਹੀਂ ਨਾ ਕਿਹਾ ਉਹ ਮੈਂ ਹਰਿਆ ਭਰਿਆ, ਹੁਣ ਤੂੰ ਮੇਰੇ ਉੱਪਰ ਆਣ ਕੇ ਆਲਣਾ ਕਿਉਂ ਪਾ ਰਿਹਾ, ਮੇਰੀਆਂ ਟਾਹਣੀਆਂ ਕਿਉਂ ਖਰਾਬ ਕਰ ਰਿਹਾ। ਕਹਿੰਦੇ ਜਿਹੜਾ ਰੁੱਖਾਂ ਦਾ ਜਿਰਾਂਦ ਹੈ, ਰੁੱਖਾਂ ਵਰਗਾ ਜਿਹੜਾ ਹੈ ਰੱਬ ਦੇ ਪਿਆਰੇ ਜਿਹੜੇ ਦਰਵੇਸ਼ ਹਨ ਉਹਨਾਂ ਦਾ। ਧੰਨ ਭਗਤ ਫਰੀਦ ਜੀ ਕਹਿੰਦੇ ਦਰਵੇਸ਼ੀ ਕਰਨੀ ਰੱਬ ਦੀ ਬੜੀ ਔਖੀ ਹੈ। ਕਿਉਂ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਬਚਨ ਕਿਹਾ, ਚੋਪੜੀ ਪ੍ਰੀਤ। ਚੋਪੜੀ ਦਾ ਅਰਥ ਜਦੋਂ ਅਸੀਂ ਗੁਰੂ ਕੀ ਬਾਣੀ ਦੇ ਵਿੱਚੋਂ ਧਿਆਨ ਦੇ ਨਾਲ ਪੜ੍ਹੀਏ ਨਾ ਤੇ ਬੜਾ ਪਿਆਰਾ ਅਰਥ ਹੁੰਦਾ ਹੈ। ਕਹਿੰਦੇ ਦੁਨੀਆ ਦੇ तमाम ਲੋਕ, ਦੁਨੀਆ ਦੇ तमाम ਜੀਵ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਧਰਮ ਨੂੰ ਧੰਦਾ ਬਣਾਇਆ ਹੋਇਆ, ਔਰ ਵਾਕਿਆ ਹੀ ਗੁਰਸਿੱਖੋ ਧਰਮ ਤਾਂ ਸੀ ਜੀਵਨ ਸਫਲ ਕਰਨ ਦੇ ਵਾਸਤੇ ਧਾਰਨ ਕਰਨਾ, ਪਰ ਦੁੱਖ ਦੀ ਗੱਲ ਅਜੋਕੇ ਸਮੇਂ ਦੇ ਵਿੱਚ ਜਿਹੜਾ ਧਰਮ ਹੈ ਨਾ ਉਸ ਨੂੰ ਦੁਨੀਆ ਦੇ ਲੋਕਾਂ ਨੇ ਧੰਦਾ ਬਣਾ ਲਿਆ। ਕਿਉਂਕਿ ਸਭ ਤੋਂ ਵੱਧ ਦੁਨੀਆ ਦੇ ਵਿੱਚ ਜਿਹੜੀ ਲੁੱਟ ਹੈ ਨਾ ਉਹ ਧਰਮ ਦੇ ਆਸਰੇ ਹੋ ਰਹੀ ਹੈ। ਆ ਥੋੜਾ ਚਿਰ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋਈ। ਇੱਕ ਬਾਬਾ ਸੀ, ਉਹ ਕਹਿੰਦਾ ਸੀ ਮੈਨੂੰ ਜਿਹੜਾ ਪੈਸੇ ਦੇਵੇਗਾ ਉਹਨੂੰ ਮੈਂ ਦੁੱਗਣੇ ਕਰਕੇ ਦੇਵਾਂਗਾ। ਕਿੰਨੇ ਕਰੋੜ ਦਾ ਘੁਟਾਲਾ ਕਰਕੇ ਉਹ ਬਾਬਾ ਅੱਜ ਤੱਕ ਗਾਇਬ ਹੈ। ਉਹ ਜਿਨ੍ਹਾਂ ਨੇ ਸਾਡੇ ਵਰਗੇ ਜਿਹੜੇ ਲੋਕ ਦੁੱਗਣੇ ਪੈਸੇ ਕਰਨ ਦੀ ਚਾਹਨਾ ਰੱਖਦੇ ਸਨ, ਉਹਨਾਂ ਨੂੰ ਆਪਣੀ ਅੱਜ ਤੱਕ ਪੂੰਜੀ ਵੀ ਪ੍ਰਾਪਤ ਨਹੀਂ ਹੋ ਰਹੀ, ਜਿਹੜੇ ਦਿੱਤੇ ਹੋਏ ਵੀ ਪੈਸੇ ਨਹੀਂ ਪ੍ਰਾਪਤ ਹੋ ਰਹੇ। ਧਰਮ ਦੁਨੀਆ ਦੇ ਲੋਕਾਂ ਨੇ ਗੁਰਸਿੱਖੋ ਧੰਦਾ ਬਣਾ ਲਿਆ। ਆ ਕਿੰਨੇ ਦੁਨੀਆ ਦੇ ਇਹੋ ਜਿਹੇ ਲੋਕ, ਕਿਉਂਕਿ ਜੇ ਮੈਂ ਬਾਬਾ ਸ਼ਬਦ ਵਰਤਾਂ ਤੇ ਬਾਬੇ ਸ਼ਬਦ ਦੀ ਤੋਹੀਨ ਹੈ। ਉਹ ਅਸਾਧ ਲੋਕ, ਉਹ ਮਨਮਤੀਏ ਲੋਕ ਜਿਹੜੇ ਆਸਰਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਲੈਂਦੇ, ਪਰ ਦੁਨੀਆ ਦੇ ਲੋਕਾਂ ਨੂੰ ਧਾਗੇ ਤਵੀਤ ਰੱਖਾਂ ਬੰਨ ਬੰਨ ਕਰਕੇ ਤੇ ਦੁਨੀਆ ਦੇ ਲੋਕਾਂ ਕੋਲੋਂ ਪੈਸੇ ਲੁੱਟ ਰਹੇ। ਇੱਕ ਗੱਲ ਯਾਦ ਰੱਖਿਓ, ਉਹਨਾਂ ਲੋਕਾਂ ਨੇ, ਪਖੰਡੀਆਂ ਨੇ ਆਪਣੀਆਂ ਦੁਕਾਨਾਂ ਤੇ ਚਲਾਈਆਂ ਹੀ ਹੋਈਆਂ। ਵੈਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਮੈਂ ਪਖੰਡੀ ਸ਼ਬਦ ਵਰਤਦਾ, ਮੈਨੂੰ ਮਾਫ ਕਰਿਓ, ਕਿਉਂਕਿ ਪਖੰਡੀ ਸ਼ਬਦ ਵੀ ਬੜਾ ਪਵਿੱਤਰ ਸ਼ਬਦ ਹੈ। ਜਿਹੜੇ ਗੁਰਬਾਣੀ ਪੜ੍ਹਨ ਵਾਲੇ ਉਹਨਾਂ ਨੂੰ ਪਤਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੋ ਪਖੰਡੀ ਜੇ ਕਾਇਆ ਪਖਾਲੇ। ਪਖੰਡੀ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਆਪਣੇ ਜੀਵਨ ਦੇ ਵਿੱਚੋਂ ਸਾਰੇ ਪਾਪਾਂ ਦਾ ਖੰਡਨ ਕਰ ਦਿੰਦਾ ਹੈ, ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਪਰ ਇਹਨਾਂ ਨੇ ਤੇ ਪਾਪਾਂ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ ਹੈ।
ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਇਹਨਾਂ ਦੇ ਵਾਸਤੇ ਸ਼ਬਦ ਬਨਾਰਸ ਦੇ ਠੱਗ ਵਰਤਿਆ ਹੈ, ਜਿਹੜਾ ਕਹਿਣਾ ਯੋਗ ਹੈ। ਉਹ ਬਨਾਰਸ ਦੇ ਠੱਗ ਲੋਕ ਜਿਹੜੇ ਸਾਨੂੰ ਧਾਗੇ ਤਵੀਤਾਂ ਕਰਕੇ ਦਿੰਦੇ ਤੇ ਅਸੀਂ ਉਹਨਾਂ ਨੂੰ ਕਹਿੰਦੇ ਜੀ ਇਹ ਤੇ ਬਹੁਤ ਸਿਆਣਾ ਹੈ, ਨਾਲ ਅਸੀਂ ਸ਼ਬਦ ਵਰਤ ਦਿੰਦੇ ਬਾਬਾ। ਵੈਸੇ ਮੈਂ ਪਹਿਲੋਂ ਕਿਹਾ ਬਾਬਾ ਸ਼ਬਦ ਦੀ ਤੋਹੀਨ ਹੈ ਇਸ ਦੇ ਵਿੱਚ, ਪਰ ਮੈਂ ਆਮ ਗੁਰਸਿੱਖੋ ਇਹ ਬਚਨ ਕਹਿੰਦਾ ਹੁੰਨਾ, ਜਿਹਦੀ ਸਵਾ ਪੈਸਿਆਂ ਦੇ ਬਦਲੇ ਦੁਨੀਆ ਦੇ ਵਿੱਚ ਵਿਕਦੀ ਹੋਵੇ ਉਹ ਤੇ ਆਪੇ ਹੀ ਸਿਆਣਾ ਹੈ ਨਾ। ਜਿਸ ਗੁਰੂ ਕੀ ਹਜ਼ੂਰੀ ਦੇ ਵਿੱਚ ਤੁਸੀਂ ਬੈਠੇ ਹੋ, ਗੁਰੂ ਕੀ ਪਵਿੱਤਰ ਬਾਣੀ ਦਾ ਬਚਨ ਹੈ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭੰਗ। ਦੁਨੀਆ ਦੇ ਵਿੱਚ ਕੋਈ ਮੂਰਖ ਤੇ ਕੋਈ ਸਿਆਣਾ ਨਹੀਂ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਬਚਨ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਆਪਣੀ ਆਪਣੀ ਮੱਤ ਦੇ ਮੁਤਾਬਕ ਦੁਨੀਆ ਦੇ ਲੋਕ ਚੱਲਦੇ, ਜਿੰਨੀ ਜਿੰਨੀ ਮੱਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਮੱਤ ਸੁਮਤ ਉਹ ਵਾਹਿਗੁਰੂ ਪ੍ਰਮਾਤਮਾ ਦੇ ਵਸ ਹੈ। ਜਿੰਨੀ ਜਿੰਨੀ ਉਸ ਨੇ ਕਿਸੇ ਨੂੰ ਬਖਸ਼ਿਸ਼ ਕੀਤੀ ਹੈ ਉਸ ਦੇ ਮੁਤਾਬਕ ਉਹ ਚੱਲ ਰਿਹਾ ਹੈ। ਇਹ ਗੁਰੂ ਕੀ ਪਵਿੱਤਰ ਬਾਣੀ ਦਾ ਅਟਲ ਫੈਸਲਾ। ਪਰ ਅਸੀਂ ਜੇ ਕਿਸੇ ਨੂੰ ਸਿਆਣਾ ਕਹਿੰਦੇ ਆ, ਇਸ ਦਾ ਮਤਲਬ ਹੈ ਕੋਈ ਤੇ ਮੂਰਖ ਬਣ ਰਿਹਾ ਹੈ ਨਾ। ਸਾਡੇ ਚੁੱਲ੍ਹਿਆਂ ਦੀ ਸਵਾਹ ਜਿਹੜੀ ਅਸੀਂ ਰੂੜੀਆਂ ਦੇ ਉੱਪਰ ਸੁੱਟਦੇ ਆ ਜਾਂ ਖੇਤਾਂ ਦੇ ਵਿੱਚ ਪਾਉਣੇ ਆ, ਜਿਹੜੀ ਉਸੇ ਪਖੰਡੀ ਦੀ ਬਨਾਰਸ ਦੇ ਠੱਗ ਦੀ ਚੁੱਲ੍ਹੇ ਦੀ ਸਵਾਹ ਹੈ, ਉਹ ਪੁੜੀ ਬਣ ਕੇ ਸਾਡੇ ਪਰਿਵਾਰਾਂ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਦਿੰਦਾ ਹੈ। ਅਸੀਂ ਉਹਨੂੰ ਉਸ ਸਵਾਹ ਦੇ ਬਦਲੇ ਪੈਸੇ ਦਿੰਨੇ ਆ, ਪੈਸੇ ਲੈ ਕਰਕੇ ਉਹ ਆਪਣਾ ਪਰਿਵਾਰਕ ਗੁਜ਼ਾਰਾ ਕਰਦਾ ਹੈ। ਸਾਡੇ ਸਿਰ ਦੇ ਵਿੱਚ ਕਹਿੰਦਾ ਹੈ ਆ ਜਿਹੜੀ ਸਵਾਹ ਹੈ, ਨਾਲੇ ਆਪਣੇ ਸਿਰ ਦੇ ਵਿੱਚ ਪਾਈ, ਨਾਲੇ ਟੱਬਰ ਦੇ ਸਿਰ ਦੇ ਵਿੱਚ ਪਾਈ, ਤੇਰਾ ਭਲਾ ਹੋਵੇਗਾ। ਜਿਹਦੇ ਸਵਾਹ ਪੈਸਿਆਂ ਦੇ ਬਦਲੇ ਵਿਕ ਰਹੀ ਹੈ ਉਹ ਤੇ ਆਪੇ ਸਿਆਣਾ ਹੈ, ਮੂਰਖ ਤਾਂ ਅਸੀਂ ਬਣੇ ਹੋਏ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨੂੰ ਧਿਆਨ ਦੇ ਨਾਲ ਪੜ੍ਹੋ। ਮਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਸ ਮਨੁੱਖ ਪਹਿ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਭਲਿਆ ਜਿਹੜੇ ਮਨੁੱਖਾਂ ਨੂੰ ਤੂੰ ਬੇਨਤੀਆਂ ਕਰ ਰਿਹਾ ਹੈ ਨਾ, ਧਿਆਨ ਦੇ ਨਾਲ ਵਾਚ ਕੇ ਵੇਖਿਓ ਕਿਤੇ ਤੇਰੇ ਨਾਲੋਂ ਜ਼ਿਆਦਾ ਦੁਖੀ ਤੇ ਨਹੀਂ। ਜੇ ਤੇਰੇ ਨਾਲੋਂ ਜ਼ਿਆਦਾ ਦੁਖੀ ਹੋਏ ਤੇ ਤੈਨੂੰ ਕਿਵੇਂ ਸੁਖੀ ਕਰ ਸਕਦਾ ਹੈ? ਕਿਉਂ ਤੂੰ ਉਸ ਦਾ ਆਸਰਾ ਤੱਕ ਰਿਹਾ ਹੈ? ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਭਲਿਆ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਮਨ ਕੋ ਇੱਕ ਹੈ ਭਗਵਾਨ, ਜਿਸ ਕੈ ਦੀਏ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ। ਭੋਲਾ ਨਾ ਬਣੀ ਭਲਾ ਨਾ ਬਣੀ, ਤੇਰੇ ਸਤਿਗੁਰੂ ਨੇ ਤੈਨੂੰ ਉਪਦੇਸ਼ ਦਿੱਤਾ ਹੈ, ਮਰਨ ਜੀਵਨ ਸੁੱਖ ਦੁੱਖਾਂ ਦਾ ਦਾਤਾ ਉਹ ਪਰਮੇਸ਼ਰ ਹੈ। ਇਹ ਮਨੁੱਖ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ। ਐਵੇਂ ਕਿਸੇ ਮਨੁੱਖ ਦੇ ਉੱਪਰ ਆਪਣੇ ਜੀਵਨ ਦੇ ਵਿੱਚ ਆਸਥਾ, ਆਪਣੇ ਜੀਵਨ ਦੇ ਵਿੱਚ ਭਰੋਸਾ ਨਾ ਜਤਾਈ। ਇਸ ਵਾਸਤੇ ਗੁਰਸਿੱਖੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੇ ਇਹ ਬਚਨ ਕਿਹਾ, ਜਿਹੜੇ ਦਰਵੇਸ਼ ਉਹਨਾਂ ਦੇ ਜੀਵਨ ਦੇ ਵਿੱਚ ਜਿੰਨੀ ਕੁ ਰੁੱਖਾਂ ਦੇ ਵਿੱਚ ਜਰਾਂਦ ਹੈ ਨਾ, ਇੰਨੀ ਕੁ ਜਰਾਂਦ ਦੇ ਉਹ ਮਾਲਕ ਹੁੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਸੰਪੂਰਨਤਾ ਤੇ ਇੱਕ ਵਾਰ ਦੀ ਪੌੜੀ ਹੈ, ਜਿਨ੍ਹਾਂ ਨੇ ਆਪਣਾ ਜੀਵਨ ਦਰਵੇਸ਼ਾਂ ਵਰਗਾ ਬਣਾ ਲਿਆ। ਉਹਨਾਂ ਨੂੰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਕੀ ਮਿਲਿਆ? ਵਾਰ ਦੀ ਪ੍ਰਾਰੰਭਤਾ ਹੁੰਦੀ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ। ਭਾਈ ਗੁਰਦਾਸ ਜੀ ਨੇ ਰੰਭਤਾ ਤੇ ਬਚਨ ਕਹਿਣ ਲੱਗੇ, ਕੋਈ ਆਪਣੀ ਕਬਰ ਪੁੱਟ ਲਵੇ, ਕਬਰ ਦੇ ਵਿੱਚ ਪੈ ਕੇ ਲੰਮਾ ਕਵੇ ਉਹ ਮੈਂ ਕਬਰ ਦੇ ਵਿੱਚ ਪੈ ਗਿਆ ਤੇ ਮੈਂ ਮੁਰਦਾ ਬਣ ਗਿਆ। ਮੁਰਦਾ ਕਦੀ ਵੀ ਬੋਲਦਾ ਨਹੀਂ ਹੈ, ਨਾ ਹੀ ਅੱਜ ਤੱਕ ਕਦੀ ਕਿਸੇ ਮੁਰਦੇ ਨੇ ਆਵਾਜ਼ ਦਿੱਤੀ ਹੈ। ਕਬਰਾਂ ਦੇ ਵਿੱਚ ਦੱਬੇ ਜਾਂਦੇ ਨਾ ਲੋਕ, ਉੱਤੇ ਮਿੱਟੀ ਪਾ ਦਿੰਦੇ, ਉਸ ਦੀ ਕਬਰ ਉੱਚੀ ਕਰਕੇ ਬਣਾ ਦਿੰਦੇ। ਗੁਰੂ ਕਾ ਸਿੱਖ ਜਿਹੜਾ ਗੁਰੂ ਦੇ ਗਿਆਨ ਤੋਂ ਸਕਣਾ, ਉੱਥੇ ਜਾ ਕੇ ਤੇਲ ਵੀ ਚੜਾਉਣਾ ਸ਼ੁਰੂ ਕਰ ਦਿੰਦਾ। ਪਰ ਕਦੀ ਕਿਸੇ ਮੁਰਦੇ ਨੇ ਕਿਹਾ ਉਹ ਮੇਰੇ ਉੱਪਰ ਇੰਨਾ ਮਿੱਟੀ ਦਾ ਭਾਰ ਪਿਆ ਹੋਇਆ, ਕੁਇੰਟਲ ਦੀ ਬੋੜੀ ਸਾਰੇ ਸਿਰ ਉੱਪਰ ਰੱਖਦੀ, ਅਸੀਂ ਪੁਕਾਰਦੇ ਆ ਓਏ
बड़ा ज़्यादा भार साडे सिर दे उपर रखिया गया, पर कई क्विंटलों की मिट्टी हेठ दबिया होया प्राणा तो रहत शरीर वो कदी बोलदा नहीं। भाई गुरदास जी कहते दरवेश का जीवन यह है, मुरदा होए मुरीद ना गल्ली होण। ना मुरदा ही गल्लां दे नाल बनिया जांदा है, जे गल्लां कर रहे बोले फिर काहदा मुरदा, फिर तो जिउंदा बंदा है। इसे तरीके दे नाल रब दा दरवेश भी गल्लां दे नाल नहीं बनिया। अगला बचन क्या कहते, साबर सिदक शहीद भरम भाव खोवन। जिवें एक शहीद का जीवन है, शहीद के जीवन दे विच साबर ते सिदक दा उसने पल्ला फड़िया है, ते भरम ते भाव उसदे जीवन दे विच ने। इवें जेड़ा मुरीद है, जेड़ा दरवेश है, उसका जीवन भी कुछ ऐसा है। उसदे जीवन दे विच भी सबर है, उसदे जीवन दे विच भी सिदक है। उन्हें भरम ते भाव अपने जीवन दे विचों खत्म करता है, उन्हें भरम ते भाव अपने जीवन दे विचों नाश करता है। अगे बचन क्या कहन लगे, गोला मुल खरीद कारे जोवन। दरवेश का जीवन कैसा है, जिवें एक नौकर रखिया होवे ते मालिक जदों कवे नौकर नूं ओहो जिहा काम करना पैंदा है। मालिक जिवें कहंदा है नौकर ओहो ही आपां घरां च नौकर रखदे, जदों जी कवे ते आपां कहने गोहा ढा के आ, पट्ठे पा के आ, पानी ढा के आ। कदी नौकर ये नहीं कहंदा मैं ये क्यों काम करा, क्योंकि असीं उसनूं मुੱਲ खरीदिया हुंदा, उसनूं तनख्वाह दित्ती। इवें बड़े प्रमाण दे करके क्या कहन लगे, दर दरवेश रसीद पिरम पिलोवन। रब दे प्यारे जेड़े दरवेश हन, वो परमेश्वर दे दर दे उपर प्रवान होए, ते जेड़े प्रवान हो गए उन्हां दी अखीरली पंक्ति दे विच भाई गुरदास जी कहंदे, संसार दे विच पुग खलोवन जोगी। जिवें पुग्या होया बंदा जित्ता हुंदा है ना, आपां खेडदे हुंदे सां, पुग पाउंदे हुंदे सां, जेड़ा पुग गया भाव वो जित गया। भाई गुरदास जी कहंदे ओ पुग खलोते रब दी दरबार दे विच अपने जीवन नूं जित के गए, ते दुनिया दे विच उन्हां दी शोभा होई, दुनिया दे लोक उन्हां दे सोले गाउंदे। ऐसे महान महापुरखां दे पवित्र सालाना जोड़ मेले दियां आपां हाजरियां भर रहे हैं। गुरसिखो, मैं अखीरली बेनती करा करके, क्योंकि